ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫੇਰ ਤੁਹਾਡੇ ਲਈ ਸਟਾਰ ਟਾਕ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਮਸਲਾ ਲਗਾਤਾਰ ਭਖਿਆ ਹੋਇਆ ਹੈ, ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਨਾ ਹੈ। ਸੋ ਲਗਾਤਾਰ ਜਿਹੜੀ ਲੜਾਈ ਦੋਨਾਂ ਦੇਸ਼ਾਂ ਵਿੱਚ ਜਾਰੀ ਹੈ। ਰਸ਼ੀਆ ਦੀ ਫੌਜ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਤੇ ਹਮਲੇ ਕਰ ਰਹੀ ਹੈ ਅਤੇ ਕਬਜ਼ੇ ਕਰਦੀ ਜਾ ਰਹੀ ਹੈ। ਸੋ ਇਸੇ ਵਿਸ਼ੇ 'ਤੇ ਅੱਜ ਆਪਾਂ ਫੇਰ ਗੱਲਬਾਤ ਕਰਾਂਗੇ। ਕੁਝ ਥੋੜ੍ਹੀ ਜਿਹੀ ਇਨਫੋਰਮੇਸ਼ਨ ਆਪਾਂ ਸਾਂਝੀ ਕਰਾਂਗੇ। ਜਿਹੜੀ ਜਾਣਕਾਰੀ ਉਹ ਹੈ, ਜਿਹੜੀਆਂ ਵਰਲਡ ਵਾਰ ਹੋਈਆਂ ਨੇ, 2 ਸੰਸਾਰ ਜੰਗਾਂ ਹੋਈਆਂ ਨੇ, ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ। ਅਤੇ ਨਾਲ ਹੁਣ ਜੋ ਇਹ ਹਾਲਾਤ ਬਣੇ ਹੋਏ ਨੇ, ਅਤੇ ਇਹ ਵੀ ਕਿਹਾ ਜਾ ਰਿਹਾ ਵੀ ਕੀ ਤੀਸਰੀ ਵਰਲਡ ਵਾਰ ਵੀ ਲੱਗ ਸਕਦੀ ਹੈ। ਸੋ ਇਹ ਸਾਰੇ ਮਸਲੇ 'ਤੇ ਅੱਜ ਗੱਲ ਕਰਾਂਗੇ। ਸੋ ਅੱਜ ਮੇਰੇ ਨਾਲ ਫੇਰ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਅਤੇ ਉਹ ਇਸ ਵਿਸ਼ੇ 'ਤੇ ਥੋੜ੍ਹਾ ਜਿਹਾ ਚਾਨਣਾ ਪਾਉਣਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜੀ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜਿਹੜੀ ਲਗਾਤਾਰ ਜੰਗ ਜਾਰੀ ਹੈ, ਅਤੇ ਹੁਣ ਇੱਥੋਂ ਵੀ ਥੋੜ੍ਹੀਆਂ ਗੱਲਾਂ ਹੋਈਆਂ ਨੇ ਵੀ ਰਸ਼ੀਆ ਵੱਲੋਂ ਜਿਹੜਾ ਸੀਜ਼ ਫਾਇਰ ਕਰਕੇ ਜਾਂ ਜਿਹੜਾ ਹਿਊਮੈਨਿਟੇਰੀਅਨ ਕੋਰੀਡੋਰ ਬਣਾਇਆ ਜਾ ਰਿਹਾ ਵੀ ਜਿਹੜੇ ਉੱਥੋਂ ਦੇ ਸਿਵਲੀਅਨ ਨੇ ਉਹ ਬਾਹਰ ਨਿਕਲ ਆਉਣ। ਅਤੇ ਦੂਸਰੇ ਪਾਸੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਵੀ ਜਿਸ ਤਰ੍ਹਾਂ ਯੂਕਰੇਨ ਰਿਟੈਲੀਏਟ ਕਰ ਰਿਹਾ, ਉਹ ਜਵਾਬ ਦੇ ਰਿਹਾ, ਜਵਾਬੀ ਕਾਰਵਾਈ ਕਰ ਰਿਹਾ, ਅਤੇ ਜਿਸ ਤਰ੍ਹਾਂ ਨਾਟੋ ਦੇ ਦੇਸ਼ ਲਗਾਤਾਰ ਯੂਕਰੇਨ ਦੀ ਹਮਾਇਤ ਦੇ ਉੱਤੇ ਨੇ, ਵੀ ਹੋ ਸਕਦਾ ਵੀ ਤੀਸਰੀ ਜਿਹੜੀ ਸੰਸਾਰ ਜੰਗ ਵਰਲਡ ਵਾਰ 3 ਸ਼ੁਰੂ ਹੋ ਜਾਵੇ। ਸੋ ਪਹਿਲਾਂ 2 ਸੰਸਾਰ ਜੰਗਾਂ ਲੱਗ ਚੁੱਕੀਆਂ ਨੇ। ਸੋ ਤੁਸੀਂ ਥੋੜ੍ਹਾ ਜਿਹਾ ਜਿਹੜੀਆਂ ਪਹਿਲੀਆਂ 2 ਸੰਸਾਰ ਜੰਗਾਂ ਉਹਦੇ 'ਤੇ ਥੋੜ੍ਹੀ ਜਿਹੀ ਝਾਤ ਪਾਓ, ਕਿਉਂਕਿ ਇਹ ਸਾਰਾ ਕੁਝ ਇੱਕ ਦੂਜੇ ਨਾਲ ਇੰਟਰ ਰਿਲੇਟਡ ਹੈ। ਸਿਮਰਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਕੁਐਸਚਨ ਕਿ ਇਹ ਤੀਜੀ ਜਿਹੜੀ ਵਰਲਡ ਵਾਰ ਹੈ, ਇਹ ਹੈ ਜਾਂ ਨਹੀਂ ਹੈਗੀ ਹੈ। ਸੋ ਇਹ ਜਦ ਆਪਾਂ ਥੋੜ੍ਹਾ ਜਿਹਾ ਗੱਲ ਕਰੀਏ, ਇਹ ਕੁਐਸਚਨ ਦੇ ਉੱਪਰ ਅੱਜ ਵੀ ਹਰ ਇੱਕ ਕੰਟਰੀ ਦੇ ਜਿਹੜੇ ਹੈਡਸ ਨੇ ਜਾਂ ਜਿਹੜੇ ਜਿੰਨੇ ਜਰਨਲਿਸਟ ਨੇ ਜੋ ਇਸ ਚੀਜ਼ 'ਤੇ ਐਨਾਲਾਈਜ਼ ਕਰਦੇ ਨੇ, ਉਹ ਚੀਜ਼ ਨੂੰ ਇਹ ਕੁਐਸਚਨ ਉਹਨਾਂ ਨੂੰ ਪੁੱਛਦੇ ਨੇ ਕਿ ਇਹ ਵਰਲਡ ਵਾਰ 3 ਹੈ ਜਾਂ ਨਹੀਂ ਹੈ, ਕਿ ਆਲਰੇਡੀ ਸਟਾਰਟ ਹੋ ਚੁੱਕੀ ਹੈ, ਨਹੀਂ ਹੋ ਚੁੱਕੀ ਹੈਗੀ ਹੈ। ਸੋ ਜੇ ਇਹਨੂੰ ਆਪਾਂ ਹਾਈਪੋਥੈਟਿਕਲੀ ਦੇਖੀਏ ਤਾਂ ਇਹ ਆਲਰੇਡੀ ਵਰਲਡ ਵਾਰ ਜਿਹੜੀ 3 ਹੈ ਇਹ ਹੈਗੀ ਹੈ। ਠੀਕ ਹੈ। ਹੁਣ ਇਹਨੂੰ ਜੇ ਆਪਾਂ ਇਹ ਵੀ ਕਹਿ ਲਈਏ ਕਿ ਇਹ ਸੈਕੰਡ ਕੋਲਡ ਵਾਰ ਹੈ। ਜੋ ਬਾਇਡਨ ਸਾਹਿਬ ਨੂੰ ਇੱਕ ਜਰਨਲਿਸਟ ਨੇ ਕੁਐਸਚਨ ਰੀਸੈਂਟਲੀ, ਸ਼ਾਇਦ ਪਰਸੋਂ ਦੀ ਗੱਲ ਹੈ, ਪੁੱਛਿਆ ਗਿਆ ਕਿ ਬਾਇਡਨ ਸਾਹਿਬ ਕੀ ਇਹ ਕੋਲਡ ਵਾਰ ਸੈਕੰਡ ਹੈ, ਤਾਂ ਉਹਨਾਂ ਨੇ ਕੁਐਸਚਨ ਆਨਸਰ ਸੀ ਇਟ ਮੇ ਬੀ। ਸਿੱਧਾ ਨਾ ਦਾ ਹਾਂ ਜਵਾਬ ਨਹੀਂ ਦਿੱਤਾ ਹੈਗਾ ਸੀ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਵਰਲਡ ਵਾਰ ਦਾ ਹੋਣਾ ਮਤਲਬ ਇਕੱਲਾ ਇਹ ਨਹੀਂ ਕਿ ਅਸੀਂ ਲਿਟਰਲੀ ਇੱਕ ਦੂਜੇ ਨਾਲ ਫਾਈਟ ਕਰਦੇ ਹੋਈਏ। ਕਿਉਂਕਿ ਜੇ ਅੱਜ ਦੀ ਗੱਲ ਕਰੀਏ ਤਾਂ ਜਿਹੜੀ ਵਰਲਡ ਵਾਰ 3 ਹੋਣੀ ਸੀ, ਜਾਂ ਜਦ ਇਹਦੀਆਂ ਐਂਟੀਸਪੇਸ਼ਨਸ ਹੋਈਆਂ ਸੀ, ਉਹ ਇਹ ਕਿਹਾ ਗਿਆ ਸੀ ਕਿ ਜਿਹੜੇ ਵਰਲਡ ਵਾਰ 3 ਹੋਏਗੀ ਉਹਦੇ 'ਚ ਨਿਊਕਲੀਅਰ ਵੈਪਨਸ ਜਿਹੜੇ ਹੈ ਉਹ ਲਾਜ਼ਮੀ ਮੌਜੂਦ ਹੋਣਗੇ, ਇਸਤੇਮਾਲ ਹੋਣਗੇ। 13,000 ਟੋਟਲ ਨਿਊਕਲੀਅਰ ਵੈਪਨ ਹੈਗੇ ਨੇ ਸਾਰੀ ਵਰਲਡ ਦੇ ਕੋਲ, ਔਰ ਮੇਨਲੀ ਜਿਹੜੇ 9 ਕੰਟਰੀ ਨੇ ਉਹਨਾਂ ਦੇ ਕੋਲ ਨਿਊਕਲੀਅਰ ਵੈਪਨ ਹੈ ਨੇ। ਠੀਕ ਹੈ। ਜਿਹੜੇ ਪ੍ਰੋਮੀਨੈਂਟ US, ਫਰਾਂਸ, ਜਰਮਨੀ, ਇੰਡੀਆ, ਪਾਕਿਸਤਾਨ, ਨਾਰਥ ਕੋਰੀਆ, ਰਸ਼ੀਆ, ਇਹ ਉਹਦੇ ਵਿੱਚ ਜਿਹੜੇ ਪ੍ਰੋਮੀਨੈਂਟ ਕੰਟਰੀ ਹੈ ਨੇ। ਸਭ ਤੋਂ ਵੱਧ ਜਿਹੜੇ ਨਿਊਕਲੀਅਰ ਵੈਪਨ ਹੈ ਨੇ ਉਹ US ਦੇ ਕੋਲ ਹੈ ਨੇ। ਠੀਕ ਹੈ। ਹੁਣ US ਦੀ ਖਾਸੀਅਤ ਰਹੀ ਹੈ, ਚਾਹੇ ਉਹ ਫਸਟ ਵਰਲਡ ਵਾਰ ਹੈ, ਸੈਕੰਡ ਵਰਲਡ ਵਾਰ ਹੈ, ਜਾਂ ਉਹ ਕੋਲਡ ਵਾਰ ਹੈ, ਕਿਤੇ ਵੀ ਬਾਕੀ ਸਭ ਜਗ੍ਹਾ 'ਤੇ US ਕਦੇ ਡਾਇਰੈਕਟਲੀ ਪਹਿਲਾ ਵਾਰ ਸ਼ੁਰੂ ਨਹੀਂ ਕਰਦਾ ਹੈਗਾ। ਇਹ ਤੁਸੀਂ ਧਿਆਨ ਨਾਲ ਦੇਖੋਗਾ। ਫਸਟ ਵਰਲਡ ਵਾਰ, ਹੁਣ ਜਿਹੜਾ ਫਸਟ ਵਰਲਡ ਵਾਰ ਸ਼ੁਰੂ ਕਿੱਦਾਂ ਹੋਈ ਸੀ? ਫਸਟ ਵਰਲਡ ਸ਼ੁਰੂ 1914 ਦੇ ਵਿੱਚ ਇੱਕ ਸਰਬੀਅਨ ਪ੍ਰਿੰਸ ਸੀ, ਸਰਬੀਅਨ ਇੱਕ ਨੈਸ਼ਨਲਿਸਟ ਨੇ ਇੱਕ ਆਸਟਰੋ ਹੰਗਰੀ ਪ੍ਰਿੰਸ ਨੂੰ ਅਸੈਸੀਨੇਟ ਕਰ ਦਿੱਤਾ ਹੈਗਾ। ਔਰ ਉਦੋਂ ਬਾਅਦ ਨਾਲ ਦੀ ਨਾਲ ਇਹ ਜਿਹੜੀ ਬੋਸਨੀਆ ਦੇ ਵਿੱਚ ਸੀ ਇਹ, ਔਰ ਉਦੋਂ ਬਾਅਦ ਜਦ ਇਹਨਾਂ ਨੂੰ ਇਹਨੇ ਇਨਵੇਡ ਕੀਤਾ ਹੈਗਾ, ਤੇ US ਕਦੇ ਉਹਦੇ 'ਚ ਪਹਿਲਾਂ ਨਹੀਂ ਆਇਆ ਹੈਗਾ। ਠੀਕ ਹੈ। ਜਦ ਪ੍ਰਿੰਸ ਨੂੰ ਮਾਰਿਆ ਗਿਆ ਔਰ ਜਿਹੜੇ ਆਸਟਰੀਆ ਸਰਬੀਆ ਨੇ ਅਟੈਕ ਕੀਤਾ ਹੈਗਾ, ਉਦੋਂ 1 ਸਾਲ ਬਾਅਦ ਫਿਰ ਉਹਦੇ 'ਚੋਂ ਰਸ਼ੀਆ ਆਪਣਾ US ਉਹਨਾਂ ਨੇ ਜੁਆਇਨ ਕੀਤਾ ਹੈਗਾ, ਜਦ ਕਿ ਫਰਾਂਸ ਔਰ ਜਿਹੜਾ ਬ੍ਰਿਟੇਨ ਨੇ ਨਾਲ ਦੀ ਨਾਲ ਬ੍ਰਿਟੇਨ ਨਾਲ ਜੁਆਇਨ ਕਰ ਲਿਆ ਸੀ। ਠੀਕ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਧਿਆਨ ਨਾਲ ਦੇਖਦੇ ਹੈਗੇ ਆ ਤਾਂ US ਦਾ ਇੱਕ ਵਾਸਟ ਇੰਟਰਸਟ ਹੁੰਦਾ ਹੈਗਾ ਕਿ ਉਹ ਚੀਜ਼ ਨੂੰ ਜਦ ਆਪਾਂ ਸੈਕੰਡ ਵਰਲਡ ਵਾਰ ਫਿਊਚਰ ਆਪਾਂ ਗੱਲ ਕਰ ਲਈਏ, ਸੈਕੰਡ ਵਰਲਡ 1939 ਵਿੱਚ ਜਦ ਜਰਮਨੀ ਨੇ ਪੋਲੈਂਡ ਨੂੰ ਇਨਵੇਡ ਕੀਤਾ, ਤਾਂ ਉਹ ਉਦੋਂ ਬਾਅਦ ਕੰਟਰੀ ਨੇ ਜੁਆਇਨ ਕਰ ਲਿਆ ਹੈਗਾ, ਜਿਹਦੇ ਵਿੱਚ ਜਰਮਨੀ, ਇਟਲੀ ਔਰ ਜਾਪਾਨ ਜਿਹੜੇ ਇੱਕ ਸਾਈਡ ਸੀ, ਔਰ ਫਰਾਂਸ, ਬ੍ਰਿਟੇਨ ਔਰ USSR US ਇੱਕ ਸਾਈਡ ਸੀ। ਲੇਕਿਨ US ਨੇ ਬਹੁਤ ਘੱਟੋ ਘੱਟ 3 ਜਾਂ 3.5 ਸਾਲ ਬਾਅਦ ਜੁਆਇਨ ਕੀਤਾ ਸੀ। ਔਰ ਫਸਟ ਵਰਲਡ ਵਾਰ ਦੇ ਵਿੱਚ ਫਰਾਂਸ, USSR ਔਰ ਜਿਹੜੇ ਸੀ ਆਪਣਾ ਜਰਮਨੀ, ਇਟਲੀ
ਤੇ ਹੰਗਰੀ ਇੱਕ ਸਾਈਡ ਸੀ। ਹੁਣ ਜੇ ਆਪਾਂ ਦੇਖੀਏ ਕੋਈ ਨਾ ਕੋਈ ਹਰ ਕੰਟਰੀ ਨੂੰ ਕੋਈ ਨਾ ਕੋਈ ਸਾਈਡ ਲੈਣੀ ਪੈਂਦੀ ਹੈ। ਜਦ ਇਸ ਵਾਰ ਵੀ ਜਦ ਹੁਣ ਆਪਾਂ ਅੱਜ ਦੀ ਗੱਲ ਕਰੀਏ ਸਿਚੁਏਸ਼ਨ ਦੇ ਨਾਲ, ਤਾਂ ਜਦ ਸਾਰੇ ਕੰਟਰੀਜ਼ ਨੂੰ ਵੋਟਿੰਗ ਦਾ ਦਿੱਤਾ ਗਿਆ ਮੌਕਾ, ਤਾਂ ਬਹੁਤ ਸਾਰੇ ਕੰਟਰੀਆਂ ਨੇ ਉਹਨਾਂ ਨੇ ਯੂਕਰੇਨ ਦੇ ਵਿੱਚ ਹੱਕ ਦੇ ਵਿੱਚ ਵੋਟ ਕੀਤਾ ਹੈ। ਮਤਲਬ ਮੈਜੋਰਟੀ ਜਿਹੜੇ ਸੀਗੇ ਉਹਨਾਂ ਨੇ ਉਹਦੇ ਹੱਕ ਵਿੱਚ ਮੈਜੋਰਟੀ ਨੇ ਨਹੀਂ ਕੀਤਾ, ਲੇਕਿਨ 3 ਕੰਟਰੀ ਨੇ ਉਹਨਾਂ ਦੇ ਖਿਲਾਫ ਕੀਤਾ। ਔਰ ਬਾਕੀ ਜਿਹੜੇ ਘੱਟੋ ਘੱਟ ਮੇਰੇ ਖਿਆਲ 35 ਕੰਟਰੀ ਸੀ ਜਿਹੜੇ ਨੇ 35 ਕੰਟਰੀ ਜਿਹੜੇ ਹੈ ਸੀ ਉਹਨਾਂ ਨੇ ਐਬਸਟੇਨ ਕੀਤਾ, ਉਹਨਾਂ ਨੇ ਵੋਟਿੰਗ ਨਹੀਂ ਕੀਤੀ ਹੈ। ਜਿਨ੍ਹਾਂ ਚੋਂ ਇੰਡੀਆ ਇੱਕ ਕੰਟਰੀ ਹੈ ਸੀ, ਔਰ ਬਹੁਤ ਸਾਰੇ ਇਹੋ ਜਿਹੇ ਹੋਰ ਕੰਟਰੀ ਹੈ ਸੀ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਇਹ ਤੋਂ ਲੈਣਾ ਦੇਣਾ ਕੁਛ ਨਹੀਂ ਲੈਣਾ ਹੈਗਾ, ਤੁਸੀਂ ਆਪ ਦੇਖੋ ਸਾਡਾ ਇਹ 'ਚ ਕੋਈ ਇੰਟਰਸਟ ਨਹੀਂ ਹੈਗਾ। ਹੁਣ ਇਹ ਸਾਰੀਆਂ ਗੱਲਾਂ ਜਦ ਆਪਾਂ ਦੇਖੀਏ ਤਾਂ ਕੋਲਡ ਵਾਰ ਤਾਂ ਮੇਰੇ ਹਿਸਾਬ ਨਾਲ ਬਹੁਤ ਟਾਈਮ ਤੋਂ ਚੱਲ ਰਹੀ ਸੀ, ਲੇਕਿਨ ਇਹ ਕੋਲਡ ਵਾਰ ਨੂੰ ਅੱਜ ਦੀ ਸਟੇਟ ਵਿੱਚ ਲੈ ਕੇ ਆਉਣਾ, ਕਿੱਦਾਂ ਉਹ ਆਏ, ਕਿਉਂ ਰਸ਼ੀਆ ਦਾ ਇਹ ਕਰਨਾ ਪਿਆ, ਰਸ਼ੀਆ ਨੂੰ ਅਟੈਕ ਇਨਵੇਡ ਕਿਉਂ ਕਰਨਾ ਪਿਆ ਯੂਕਰੇਨ ਨੂੰ, ਉਹਦੇ ਵਿੱਚ ਵੀ ਬਹੁਤ ਵੱਡੀਆਂ ਜਿਹੜੀ ਐਨਲਾਈਜ਼ ਜਾਂ ਉਲਝਣਾਂ ਹੈਗੀਆਂ ਨੇ। ਕਿ ਪਹਿਲਾਂ ਇਹਦੇ ਤੇ ਵਾਰਨਿੰਗਸ ਨਹੀਂ ਦਿੱਤੀਆਂ ਗਈਆਂ ਸੀ, ਕਿ ਪਹਿਲਾਂ ਯੂਐਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ? ਕਿਉਂਕਿ ਦੇਖੋ ਜਦ ਯੂਐਸ ਨੇ ਜਦ 1941 ਵਿੱਚ ਜਦ ਐਂਟਰ ਕੀਤਾ ਸੈਕੰਡ ਵਰਲਡ ਵਾਰ ਨੂੰ, ਤਾਂ ਉਹਦੇ ਵਾਸਟ ਬਹੁਤ ਜ਼ਿਆਦਾ ਇੰਟਰਸਟ ਸੀ। ਜਦ ਉਹਦੀਆਂ ਫੌਜਾਂ ਨੂੰ ਰੋਕਿਆ ਗਿਆ, ਉਹਦੀ ਸਬਮੈਰੀਨਸ ਨੂੰ ਡੁਬੋ ਦਿੱਤਾ ਗਿਆ, ਬਹੁਤ ਸਾਰੀਆਂ ਕੈਜੂਅਲਟੀਜ਼ ਹੋਈਆਂ। ਔਰ ਖਾਸ ਕਰਕੇ ਚਾਹੇ ਭਾਵੇਂ ਫਸਟ ਵਰਲਡ ਵਾਰ ਹੈ ਭਾਵੇਂ ਸੈਕੰਡ ਵਰਲਡ ਵਾਰ ਹੈ, ਮੇਨ ਜਿਹੜਾ ਉਹਨਾਂ ਦਾ ਕੰਮ ਇਹ ਸੀ। ਇੱਥੇ ਮੇਰੇ ਖਿਆਲ ਇੱਕ ਗੱਲ ਹਰਕੀਰਤ ਜੀ ਇਹ ਵੀ ਆ, ਦੇਖੋ ਜੇ ਹੁਣ ਆਪਾਂ ਪੂਰਾ ਜਿਹੜਾ ਬੈਟਲ ਗਰਾਊਂਡ ਦੇਖੀਏ ਤਾਂ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦਾ ਆਲਵੇਜ਼ ਯੂਰਪ ਰਿਹਾ ਹੈ। ਯੂਰਪ ਤੇ ਜਿੰਨੇ ਵੀ ਉਹ ਦੇਸ਼ ਨੇ ਉਹ ਉੱਥੇ ਜਿਹੜੀ ਤਕਰੀਬਨ ਦੋਨੇ ਜਿਹੜੀਆਂ ਸੰਸਾਰ ਜੰਗਾਂ ਲੜੀਆਂ ਗਈਆਂ ਨੇ, ਤੇ ਅਮਰੀਕਾ ਉੱਥੋਂ ਕਿਤੇ ਦੂਰ ਹੈ। ਸੋ ਜਿਵੇਂ ਤੁਸੀਂ ਕਿਹਾ ਵੀ ਹਮੇਸ਼ਾ ਅਮਰੀਕਾ ਨੇ ਕਦੀ ਪਹਿਲਾਂ ਪਹਿਲ ਨਹੀਂ ਕੀਤੀ। ਸੋ ਮੇਰੇ ਖਿਆਲ ਇਹ ਦੋਨਾਂ ਦੇ ਵਿੱਚ ਇਹ ਸਿਨੈਰੀਓ ਵੀ ਸਾਹਮਣੇ ਆਉਂਦਾ ਵੀ ਅਮਰੀਕਾ ਦੂਰ ਸੀ, ਅਮਰੀਕਾ ਦਾ ਸਿੱਧਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ, ਕਿਸੇ ਨੇ ਅਮਰੀਕਾ 'ਤੇ ਸਿੱਧਾ ਕੋਈ ਅਟੈਕ ਨਹੀਂ ਸੀ ਕੀਤਾ ਜਦੋਂ ਤੱਕ ਜਰਮਨੀ ਨੇ ਉਹਦੀਆਂ ਪਣਡੁੱਬੀਆਂ ਨਹੀਂ ਡੁਬੋਈਆਂ। ਸੋ ਮੇਰੇ ਖਿਆਲ ਇਹ ਵੀ ਕਾਰਨ ਹੋ ਸਕਦਾ ਵੀ ਅਮਰੀਕਾ ਹਮੇਸ਼ਾ ਸ਼ੁਰੂਆਤੀ ਦੌਰ 'ਤੇ ਪਹਿਲਾਂ ਬਾਹਰ ਰਿਹਾ। ਦੇਖੋ ਜੀ ਗੱਲ ਇਹ ਹੈ ਕਿ ਅਮਰੀਕਾ ਨਾ ਕੈਪੀਟਲਿਸਟ ਕੰਟਰੀ ਹੈ। ਹਾਂਜੀ, ਉਹਨੂੰ ਆਪਣਾ ਵੈਸਟ ਇੰਟਰਸਟ ਦੇਖਣਾ ਕਿ ਉਹਦੇ ਹਥਿਆਰ ਕਿੱਥੇ ਵਿਕਦੇ ਨੇ। ਜਿੰਨੀ ਲੌਂਗ ਮੈਂ ਸ਼ਾਇਦ ਲਾਸਟ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਸੀ ਕਿ ਜਦ ਵਾਰ ਚੱਲਦੀ ਹੈ ਨਾ ਤਾਂ ਬਹੁਤ ਸਾਰੇ ਲੋਕਾਂ ਨੂੰ ਉਹ 'ਚ ਫਾਇਦਾ ਵੀ ਹੁੰਦਾ, ਔਰ ਜਦ ਕਿ ਆਪਾਂ ਇੱਕ ਲਈ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਹੁੰਦਾ। ਹਾਂਜੀ, ਲੇਕਿਨ ਜਦ ਉਹਨਾਂ ਨੂੰ ਆਪਣਾ ਜਿਹੜੇ ਵੀ ਕੰਟਰੀ ਨੇ, ਜਿਹੜੇ ਵੀ ਲੋਕ ਨੇ ਜਿਹੜੇ ਵੈਸਟ ਇੰਟਰਸਟ ਰੱਖਦੇ ਨੇ, ਉਹਨਾਂ ਨੂੰ ਫਾਇਦਾ ਘਟ ਜਾਂਦਾ ਜਾਂ ਫਾਇਦਾ ਹੋਣਾ ਬੰਦ ਹੋ ਜਾਂਦਾ, ਫਿਰ ਉਹ ਡਾਇਰੈਕਟਲੀ ਇਨਵੋਲਵ ਹੋ ਜਾਂਦੇ। ਤਾਂ ਨਹੀਂ ਹੋਏਗਾ ਨਾ ਬੰਦਾ। ਬਿਲਕੁਲ। ਹੁਣ ਇੱਥੇ ਵੀ ਆਪਾਂ ਜਦ ਗੱਲ ਕਰੀਏ, ਹੁਣ 2 ਸਾਲ ਉਹਨੇ ਦੇਖਿਆ, ਠੀਕ ਹੈ ਜੀ, ਬਈ ਯੂਐਸ ਨੇ ਦੇਖਿਆ ਸੈਕੰਡ ਵਰਲਡ ਵਾਰ ਦੇ ਵਿੱਚ, ਤੀਜੇ ਸਾਲ ਉਹ ਵੀ ਕੁੱਦ ਪਿਆ ਵਿੱਚ ਉਹਦੇ ਚੀਜ਼ ਦੇ ਵਿੱਚ। ਲੇਕਿਨ ਜਦ ਤੱਕ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ, ਸਾਰੀ ਵਰਲਡ ਲੜ ਰਹੀ ਸੀ ਇੱਕ ਦੂਜੇ ਨਾਲ। ਸੋ ਇਹ ਸਾਰੀਆਂ ਗੱਲਾਂ ਨੂੰ ਜਦ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਇਹ ਸੈਕੰਡ ਵਰਲਡ ਵਾਰ, ਹੁਣ ਸੈਕੰਡ ਵਰਲਡ ਵਾਰ ਤੋਂ ਬਾਅਦ ਕੀ ਹੋਇਆ, ਜਿਹੜਾ ਜਦ ਰਸ਼ੀਆ 1939 ਦੇ ਵਿੱਚ ਇਹ ਸਾਰੀ ਜਦ ਟ੍ਰਾਂਸਫਾਰਮੇਸ਼ਨ ਹੋਈ, ਸਾਰਾ ਕੁਝ USSR ਹੁੰਦਾ ਸੀ, ਬਹੁਤ ਸਾਰੇ ਕੰਟਰੀ ਟੁੱਟ ਗਏ ਉਹਨਾਂ ਦੇ ਨਾਲੋਂ, ਸਾਰਾ ਇਹ ਚੀਜ਼ ਹੁੰਦਾ ਗਿਆ। ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਠੀਕ ਹੈ, ਹੁਣ USSR ਉਸ ਟਾਈਮ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਸੀ, ਔਰ ਯੂਰਪ ਨੂੰ ਇਹ ਚੀਜ਼ ਦਾ ਖਤਰਾ ਹੋ ਗਿਆ ਸੀ ਵੀ ਆਉਣ ਵਾਲੇ ਟਾਈਮ ਵਿੱਚ ਕਿਤੇ USSR ਉਹਨਾਂ ਵਾਸਤੇ ਬਹੁਤ ਵੱਡਾ ਖਤਰਾ ਹੋ ਕੇ ਸਾਹਮਣੇ ਨਾ ਆਵੇ, ਜਿਹੜੇ ਯੂਰੋਪੀਅਨ ਦੇਸ਼ ਨੇ ਉਹਨਾਂ ਨੂੰ ਆਪਣੇ ਵਿੱਚ ਨਾ ਰਲਾ ਲਵੇ। ਬਿਲਕੁਲ। ਸੋ ਪਹਿਲੇ ਕੁਝ ਕੰਟਰੀਜ਼ ਨੇ, ਰਾਮ ਲਾ ਲਓ 4 ਤੋਂ 8 ਕੰਟਰੀਜ਼ ਨੇ ਇੱਕ ਨੇਟੋ ਦਾ ਜਿਹੜਾ ਫਾਰਮੇਸ਼ਨ ਕੀਤੀ ਗਈ ਸੀ। ਸੋ ਆਪਾਂ ਜਦ ਫਸਟ ਵਰਲਡ ਵਾਰ ਦੀ ਗੱਲ ਕਰੀਏ, ਸੈਕੰਡ ਵਰਲਡ ਵਾਰ ਦੀ ਗੱਲ ਕਰੀਏ, ਜੋ ਉਹਦਾ ਸਿੱਟਾ ਨਿਕਲਿਆ, ਦੇਖੋ ਕਦੇ ਵੀ ਵਾਰ ਦਾ ਕੋਈ ਸਿੱਟਾ ਨਿਕਲਦਾ ਨਹੀਂ ਹੁੰਦਾ ਹੈਗਾ, ਉਹ ਤਾਂ ਬਹੁਤ ਸਾਰੇ ਆਮ ਜਨਤਾ ਨੂੰ ਨੁਕਸਾਨ ਹੁੰਦਾ ਹੈਗਾ, ਔਰ ਜਿਹੜੀਆਂ ਜਨਰੇਸ਼ਨਸ ਤੱਕ ਉਹ ਕਦੇ ਭੁੱਲ ਨਹੀਂ ਸਕਦੇ ਹੈਗੇ। ਚਾਹੇ ਉਹ ਫਸਟ ਵਰਲਡ ਵਾਰ ਲਾਓ, ਚਾਹੇ ਉਹ ਸੈਕੰਡ ਵਰਲਡ ਵਾਰ ਲਾਓ, ਚਾਹੇ ਉਹ ਤੋਂ ਬਾਅਦ 1947 ਦਾ ਜਿਹੜਾ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਸੀ, ਚਾਹੇ ਹੋਰ 1965 ਦੀ ਜਿਹੜੀ ਇੰਡੀਆ ਦੀ ਵਾਰ ਸੀ, 1972 ਦੀ ਜਿਹੜੀ ਵਾਰ ਸੀ, ਜਾਪਾਨ ਦੇ 2 ਸ਼ਹਿਰਾਂ ਤੇ ਅਮਰੀਕਾ ਨੇ ਬੰਬ ਸਿੱਟੇ ਸੀ, ਉਹ ਦੇਖੋ ਅਜੇ ਤੱਕ ਵੀ ਲੋਕਾਂ ਦੇ ਮਨਾਂ ਦੇ ਵਿੱਚ ਨੇ। ਉਹਨਾਂ ਦੇ ਉਹ ਚੀਜ਼ਾਂ ਤੁਸੀਂ ਭੁੱਲਣੀਆਂ ਆਮ ਜਨਤਾ ਵਾਸਤੇ, ਆਮ ਇਨਸਾਨ ਵਾਸਤੇ ਬਹੁਤ ਮੁਸ਼ਕਿਲ ਹੁੰਦੀ। ਸੋ ਮੈਂ ਕਦੇ ਵੀ ਇਸ ਚੀਜ਼ ਨੂੰ, ਜਾਂ ਜਿੰਨੇ ਵੀ ਬੁੱਧੀਜੀਵੀ ਹੋਏ ਨੇ ਜਾਂ ਜਿੰਨੇ ਵੀ ਹੋਰ ਮੈਂ ਆਰਟੀਕਲ ਪੜ੍ਹਦਾ ਉਹਦੇ ਵਿੱਚ ਲਿਖਿਆ ਹੁੰਦਾ ਕਿ ਕਦੇ ਵੀ ਉਸ ਵਾਰ ਨੂੰ ਸਪੋਰਟ ਨਹੀਂ ਕਰਦੇ। ਪਰ ਫਿਰ ਵੀ ਦੇਖੋ ਇਨਸਾਨ ਪਿਛਲੇ 19th ਸੈਂਚੁਰੀ ਦੇ ਵਿੱਚ ਕਿੰਨੀਆਂ ਵਾਰ ਲੜੀਆਂ ਨੇ ਉਸ ਚੀਜ਼ ਨੇ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦ ਆਪਾਂ ਇਹ ਚੀਜ਼ ਨੂੰ ਦੇਖਦੇ ਹਾਂ ਤਾਂ ਦੂਰੋਂ ਰਹਿ ਕੇ ਲੜਨਾ ਨਾ ਬਹੁਤ ਆਸਾਨ ਹੁੰਦਾ ਹੈ, ਦੂਰੋਂ ਰਹਿ ਕੇ ਆਪਣੇ ਇੰਟਰਸਟ ਦੇਖਣੇ ਬਹੁਤ ਆਸਾਨ ਹੁੰਦਾ ਹੈਗਾ। ਜਿਹਨਾਂ ਤੇ ਗੁਜ਼ਰਦੀ ਆ ਉਹਨੂੰ ਇਹ ਚੀਜ਼ਾਂ ਸਾਰੀਆਂ ਨੂੰ ਪਤਾ ਲੱਗਦਾ ਹੁੰਦਾ ਆ ਚੀਜ਼ ਦਾ। ਸੋ ਯੂਰਪ ਤੇ ਗੁਜ਼ਰ ਚੁੱਕੀ ਸੀ ਤੇ ਯੂਰਪ ਨੇ ਇਹ ਸੋਚਿਆ ਕਿ ਠੀਕ ਹੈ, ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ
ਇਹੋ ਜਿਹੀ ਸੰਸਥਾ ਬਣਾਈ ਜਾਵੇ, ਇਹੋ ਜਿਹੀ ਕ੍ਰੀਏਟ ਕੀਤੀ ਜਾਵੇ ਚੀਜ਼ ਜਿੱਥੇ ਕਿ ਸਾਨੂੰ ਆਉਣ ਵਾਲੇ ਟਾਈਮ ਵਿੱਚ ਸਾਨੂੰ ਕੋਈ ਖਤਰਾ ਨਾ ਹੋਵੇ ਔਰ ਅਸੀਂ ਆਪਸ ਵਿੱਚ ਨਾ ਲੜੀਏ। ਠੀਕ ਹੈ, ਕਿਉਂਕਿ ਜੇ ਯੂਰਪ ਇਕੱਠਾ ਰਹੇਗਾ ਤਾਂ ਹੀ ਉਹ ਕਿਸੇ ਹੋਰ ਨਾਲ ਲੜ ਪਾਏਗਾ। ਜੇ ਯੂਰਪ ਆਪਸ 'ਚ ਲੜਦੇ ਰਹਿਣਗੇ, ਜਿਹੜਾ ਕਿ ਫਸਟ ਵਰਲਡ ਵਾਰ ਵਿੱਚ ਦੇਖਿਆ ਗਿਆ ਔਰ ਸੈਕੰਡ ਵਰਲਡ ਵਾਰ ਵਿੱਚ ਵੀ ਦੇਖਿਆ ਗਿਆ, ਤਾਂ ਸਭ ਤੋਂ ਵੱਧ ਨੁਕਸਾਨ ਉੱਥੇ ਹੀ ਹੋਇਆ। ਕਿਉਂਕਿ ਬੈਟਲ ਗਰਾਊਂਡ, ਜਿਹੜਾ ਬੈਟਲ ਗਰਾਊਂਡ ਹੁੰਦਾ ਨਾ, ਸਭ ਤੋਂ ਜ਼ਿਆਦਾ ਉਹਨਾਂ ਨੂੰ ਨੁਕਸਾਨ ਹੁੰਦਾ ਹੈਗਾ। ਕੈਜੂਅਲਟੀ ਉਹਨਾਂ ਦੀਆਂ ਹੁੰਦੀਆਂ, ਜਾਨੀ ਮਾਲੀ ਨੁਕਸਾਨ ਬੈਟਲ ਗਰਾਊਂਡ ਦਾ ਹੁੰਦਾ। ਜਿਹੜੇ ਉਹਨੂੰ ਸਪੋਰਟ ਕਰ ਰਹੇ ਨੇ, ਚਾਹੇ ਉਹ ਮਾਲੀ ਤੌਰ 'ਤੇ ਕਰਨ, ਚਾਹੇ ਉਹ ਐਮੂਨੀਸ਼ਨ ਤੌਰ 'ਤੇ ਕਰਨ, ਚਾਹੇ ਉਹ ਮਾਨਸਿਕ ਤੌਰ 'ਤੇ ਕਰਨ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਸੋ ਯੂਰਪ ਨੇ ਸੋਚਿਆ ਸੈਕੰਡ ਵਰਲਡ ਵਾਰ ਕਿ ਠੀਕ ਹੈ ਜੀ, ਅਸੀਂ ਨਹੀਂ ਲੜਾਂਗੇ, ਅਸੀਂ ਇਕੱਠੇ ਹੋਵਾਂਗੇ, ਲੇਕਿਨ ਹੁਣ ਦਾ ਮੇਨ ਜਿਹੜਾ ਦੁਸ਼ਮਣ ਇਹ ਸੀ ਉਹ USSR, ਉਹਨਾਂ ਨੂੰ ਥ੍ਰੈਟ ਸੀ। ਸੋ ਉਹਨਾਂ ਨੇ USS ਦੇ ਖਿਲਾਫ ਨੇਟੋ ਦਾ ਜਿਹੜਾ ਹੈ ਕਿ ਫਾਰਮੇਸ਼ਨ ਕੀਤੀ ਗਈ। ਅੱਛਾ ਹਰਕਿਰਤ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਇੱਥੇ ਲੈ ਲਈਏ, ਉਸ ਤੋਂ ਬਾਅਦ ਫਿਰ ਨੈਟੋ ਦੀ ਗੱਲ ਵੀ ਕਰਾਂਗੇ, ਤੇ ਉਸ ਤੋਂ ਇਲਾਵਾ ਜੋ ਹੁਣ ਤਾਜ਼ਾ ਹਾਲਾਤ ਨੇ ਉਹ ਉਸ ਦੇ ਬਾਰੇ ਵੀ ਗੱਲ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਦੇਖਦੇ ਰਹੋ ਸਟਾਰ ਟਾਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ ਪੰਜਾਬ ਸਟਾਰ TV ਤੇ ਮੈਂ ਸਿਮਰਤ ਗਰੇਵਾਲ, ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕਿਰਤ ਜੀ। ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਹਾਲਾਤ ਨੇ ਰਸ਼ੀਆ ਤੇ ਯੂਕਰੇਨ ਦੇ, ਵਰਲਡ ਵਾਰ 1 ਵਰਲਡ ਵਾਰ 2 ਦੀ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਬ੍ਰੇਕ ਤੋਂ ਪਹਿਲਾਂ ਨਾਟੋ ਦੇ ਬਾਰੇ ਗੱਲ ਕਰ ਰਹੇ ਸੀ। ਅੱਛਾ ਹਰਕਿਰਤ ਜੀ, ਆਪਾਂ ਇੱਥੇ ਸ਼ੁਰੂ ਕਰਦੇ ਹਾਂ। ਨਾਟੋ ਜਦੋਂ ਬਣੀ ਹੈ ਤੇ ਮੇਰੇ ਖਿਆਲ ਕਦੋਂ 1949 'ਚ ਬਣੀ ਹੈ? ਯੈਸ, ਦੇਖੋ ਜੀ, ਗੱਲ ਇਹ ਹੈ ਕਿ ਨੇਟੋ ਫਾਰਮੇਸ਼ਨ ਕਿਉਂ ਹੋਈ ਸੀ। ਨੇਟੋ ਦੀ ਜਿਹੜੀ ਫਾਰਮੇਸ਼ਨ ਸੀ ਦੈਟ ਵਾਜ਼ ਵੈਰੀ ਇੰਪੋਰਟੈਂਟ ਫॉर द ਯੂਰਪ, ਲੇਕਿਨ ਉਹਦਾ ਮੇਨ ਦੁਸ਼ਮਣ ਕੌਣ ਸੀ? USSR। ਠੀਕ ਹੈ ਜੀ। ਹੁਣ ਨੇਟੋ 'ਚ ਜਦ ਸਟਾਰਟ ਕਰੇ ਕੰਟਰੀ ਸੀ ਔਰ ਉਹਨਾਂ ਨੇ ਇਹ ਕਿਹਾ ਗਿਆ ਵੀ ਅਸੀਂ ਜੇ ਸਾਡੇ ਤੇ ਕੋਈ ਅਟੈਕ ਕਰੇਗਾ ਤਾਂ ਅਸੀਂ ਇਕੱਠੇ ਹੋ ਕੇ ਉਹਦਾ ਜਵਾਬ ਦੇਵਾਂਗੇ। ਮਤਲਬ ਜੇ ਇੱਕ ਦੇਸ਼ ਤੇ ਅਟੈਕ ਹੋਊਗਾ ਤੇ ਮਤਲਬ ਸਮਝ ਜਾਵੇਗਾ ਸਾਰਿਆਂ ਤੇ ਅਟੈਕ ਹੈਗਾ। ਔਰ ਉਹਨਾਂ ਨੇ ਕੀ ਕੀਤਾ, ਹੌਲੀ ਹੌਲੀ ਆਪਣੇ ਕੰਟਰੀ ਨਾਲ ਐਡ ਕਰਨੇ ਸ਼ੁਰੂ ਕਰ ਦਿੱਤੇ। ਅੱਜ ਉਸ ਨੇਟੋ ਦੇ ਵਿੱਚ 30 ਕਿਹੜੇ ਕੰਟਰੀ ਨੇ, ਉਹ ਸਾਰੇ ਇਨਵੋਲਵ ਨੇ। ਸਵੀਡਨ ਜਿਹੜੇ ਹੈਗੇ ਨੇ, ਜਾਂ ਫਿਨਲੈਂਡ ਹੈ, ਜਾਂ ਹੋਰ ਇਹੋ ਜਿਹੇ ਕੰਟਰੀ ਉਹਨਾਂ 'ਤੇ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇਹ ਸਾਰਿਆਂ ਦੇ ਵਿੱਚ ਜਿਹੜਾ ਆਪਾਂ ਧਿਆਨ ਨਾਲ ਦੇਖੀਏ ਤਾਂ ਜਿਹੜੀ ਅੱਜ ਦੀ ਵਾਰ ਦੀ ਸਿਚੁਏਸ਼ਨ ਹੈ, ਇਹ ਰਸ਼ੀਆ ਨੂੰ ਇਸ ਚੀਜ਼ ਦੀ ਥ੍ਰੈਟ ਪਹਿਲਾਂ ਤੋਂ ਸੀ। ਕਿਉਂਕਿ ਉਹਨਾਂ ਨੇ ਜਦ ਵਾਰਸ਼ਾ ਪੈਕਟ ਬਣਾਇਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਵਾਰਸ਼ਾ ਪੈਕਟ ਇਸ ਕਰਕੇ ਬਣਾਇਆ ਗਿਆ ਸੀ ਨੇਟੋ ਨੂੰ ਕਾਊਂਟਰ ਕਰਨ ਵਾਸਤੇ। ਹਾਂਜੀ, ਤਾਂ ਜੇ ਨੇਟੋ ਨੂੰ ਕਾਊਂਟਰ ਕਰਨ ਵਾਸਤੇ ਵਾਰਸ਼ਾ ਪੈਕਟ ਬਣਾਇਆ ਸੀ, ਲੇਕਿਨ ਮਿਖਾਇਲ ਗੋਰਬਾਚੋਵ ਸਾਹਿਬ ਨੇ ਵਾਰਸ਼ਾ ਪੈਕਟ ਨੂੰ 1991 ਦੇ ਵਿੱਚ ਡਿਸੋਲਵ ਕਰ ਦਿੱਤਾ ਸੀ। ਕਿਉਂਕਿ ਇਸ ਕਰਕੇ, ਕਿਉਂਕਿ ਉਹਨਾਂ ਦੀ ਨੇਟੋ ਨਾਲ ਸੰਧੀ ਹੋਈ ਸੀ ਕਿ ਨੇਟੋ ਅੱਗੇ ਨਹੀਂ ਵਧੇਗਾ ਔਰ ਵਾਰਸ਼ਾ ਪੈਕਟ ਦੀ ਕੋਈ ਲੋੜ ਨਹੀਂ ਹੈਗੀ ਹੈ। ਔਰ ਨੇਟੋ ਨੇ ਬਹੁਤ ਸਾਰੀਆਂ ਪ੍ਰੋਮਿਸਿਸ ਕੀਤੀਆਂ ਸੀ ਕਿ ਠੀਕ ਹੈ ਅਸੀਂ ਹੋਰ ਕੰਟਰੀ ਨਹੀਂ ਰਲਾਵਾਂਗੇ ਨਾਲ, ਔਰ ਇਹਨਾਂ ਨੂੰ ਨੇਟੋ ਨੂੰ ਜਿਹੜੀ ਹੈ ਉਹ ਰਸ਼ੀਆ ਦੇ ਖਿਲਾਫ ਉਹਨਾਂ ਐਗਰੈਸਿਵਲੀ ਯੂਜ਼ ਨਹੀਂ ਕਰਾਂਗੇ। ਨਾਲੇ ਮੇਰੇ ਖਿਆਲ ਇੱਥੇ ਤੱਕ ਵੀ ਗੱਲ ਹੋਈ ਸੀਗੀ ਕਿਸੇ ਟਾਈਮ ਤੇ ਵੀ ਜਦੋਂ ਨੇਟੋ ਦਾ ਜਿਹੜਾ ਅਸਲ ਮਕਸਦ ਹੈ ਜੇ ਖਤਮ ਹੋ ਗਿਆ ਤਾਂ ਨੇਟੋ ਨੂੰ ਖਤਮ ਵੀ ਕਰ ਦਿੱਤਾ ਜਾਵੇਗਾ। ਬਿਲਕੁਲ, ਉਹ ਹਾਲਾਂਕਿ ਕਦੇ ਵੀ ਨਹੀਂ ਹੋਇਆ, ਕਦੇ ਵੀ ਖਤਮ ਨਹੀਂ ਕੀਤਾ ਗਿਆ। ਹੁਣ ਜਿੰਨੇ ਵੀ ਜਦ USSR ਟੁੱਟਿਆ ਤਾਂ ਉਸ ਤੋਂ ਬਾਅਦ ਗੋਰਬਾਚੋਵ ਆਏ ਔਰ ਨੇਟੋ ਨੂੰ USSR ਨੂੰ ਤੋੜਿਆ ਗਿਆ ਔਰ ਉਹ ਗਾਇਬ ਹੋ ਗਏ। ਉਹਨਾਂ ਦਾ ਕਦੇ ਵੀ ਪਤਾ ਠਿਕਾਣਾ ਨਹੀਂ ਲੱਭਿਆ ਹੈਗਾ। ਲੇਕਿਨ ਉਸ ਤੋਂ ਬਾਅਦ USSR ਜਦ ਟੁੱਟਿਆ ਤਾਂ ਜਿੰਨੇ ਵੀ ਉਹਦੇ ਜਿਹੜੇ 16 ਕੰਟਰੀ ਆ, 15 ਕੰਟਰੀ ਜਿਹਦੇ ਉਹਨਾਂ 'ਚੋਂ ਅਲੱਗ ਹੋਏ, ਉਹ ਇੰਡੀਪੈਂਡੈਂਟ ਕੰਟਰੀ ਬਣ ਗਏ। ਹੁਣ ਨੇਟੋ ਨੇ ਕੀ ਕੀਤਾ, ਬਹੁਤ ਸਾਰੇ ਉਹ ਜਿਹੜੇ ਛੋਟੇ ਛੋਟੇ ਕੰਟਰੀਜ਼ ਨੂੰ ਆਪਣੇ ਨਾਲ ਜੋੜ ਲਿਆ। ਹੁਣ ਟੈਕਨੀਕਲੀ ਦੇਖਿਆ ਜਾਵੇ ਤਾਂ ਜਿੰਨੇ ਰਸ਼ੀਆ ਦੇ ਨੇਬਰਸ ਹੈਗੇ ਸੀ, ਉਹਦੇ ਬਿਲਕੁਲ ਉਹਦੇ ਮੁਹਾਨੇ ਦੇ ਨਾਲ ਉਹਨਾਂ ਸੇ ਆਪਣੇ ਫੌਜਾਂ ਲਾ ਕੇ ਬਿਠਾ ਦਿੱਤੀਆਂ ਹੈਗੀਆਂ ਨੇ। ਚਾਹੇ ਉਹ ਪੋਲੈਂਡ ਹੈ ਜਾਂ ਕਜ਼ਾਕਿਸਤਾਨ ਹੈ, ਉਜ਼ਬੇਕਿਸਤਾਨ ਹੈ, ਹੋਰ ਚਚੇਨ, ਬਹੁਤ ਸਾਰੇ ਹੈ ਛੋਟੇ ਛੋਟੇ ਕੰਟਰੀ ਨੇ, ਜਾਰਜੀਆ, ਲਾਟਵੀਆ, ਜਿੰਨੇ ਸਾਰੇ ਕੰਟਰੀ ਹਨ। ਹੁਣ ਉਹਨਾਂ 'ਚੋਂ ਕੁਝ ਕੰਟਰੀ ਹੈ ਸੀ ਜਿਹੜੇ ਉਹ ਨੇਟੋ ਨੂੰ ਸਪੋਰਟ ਕਰਦੇ ਸੀ, ਪਰ ਕੁਝ ਕੰਟਰੀ ਹੈ ਸੀ ਜਿਹੜੇ ਉਹ ਰਸ਼ੀਆ ਨੂੰ ਸਪੋਰਟ ਕਰਦੇ ਸੀ। ਜਿਹੜੇ ਰਸ਼ੀਅਨ ਸਪੀਕਿੰਗ, ਮੋਸਟਲੀ ਦਾ ਰਸ਼ੀਅਨ ਸਪੀਕਿੰਗ ਕੰਟਰੀ ਹੈ ਸੀ, ਲੋਕ ਹੈ ਸੀ, ਉਹ ਹਮੇਸ਼ਾ ਉਹਦੇ ਰੂਟਸ ਰਸ਼ੀਆ ਤੋਂ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਸਪੋਰਟ ਕਰਦੇ ਸੀ। ਲੇਕਿਨ ਨੇਟੋ ਨੇ ਹਮੇਸ਼ਾ ਹੌਲੀ ਹੌਲੀ ਉਸ ਚੀਜ਼ ਨੂੰ ਅੱਗੇ ਵਧਣਾ ਸ਼ੁਰੂ ਕੀਤਾ ਔਰ ਉਹ ਸਾਰੇ ਜਿਹੜੇ ਕੰਟਰੀਜ਼ ਨੇ ਉੱਥੇ ਆਪਣੀਆਂ ਜਿਹੜੀਆਂ ਹੈ ਨੇ ਫੌਜਾਂ ਨੇ, ਚਾਹੇ ਉਹ ਜਰਮਨੀ, ਬ੍ਰਿਟੇਨ, ਫਰਾਂਸ, ਇਟਲੀ, ਇਹ ਸਾਰਿਆਂ ਦੀ, ਜਰਮਨੀ ਜਾਂ US, ਮਤਲਬ US ਨੇ ਚਾਣਕ ਨੀਤੀ ਦਾ ਇਸਤੇਮਾਲ ਕਰਕੇ ਹੌਲੀ ਹੌਲੀ ਬਹੁਤੇ ਜਿਹੜੇ ਨੇੜੇ ਦੇ ਰਸ਼ੀਆ ਦੇ ਨੇੜੇ ਦੇ ਦੇਸ਼ ਆਪਣੇ ਚ ਰਲਾ ਲਏ, ਆਪਣੇ ਚ ਰਲਾ ਕੇ ਔਰ ਉੱਥੇ ਆਪਣੀ ਫੌਜਾਂ ਨੂੰ ਤੈਨਾਤ ਕਰ ਦਿੱਤਾ ਹੈਗਾ। ਹੁਣ ਇਸ ਚੀਜ਼ ਦਾ ਜਿਹੜਾ ਹੈ ਸੀ ਰਸ਼ੀਆ ਬਹੁਤ ਦੇਰ ਤੋਂ ਥ੍ਰੈਟਨ ਫੀਲ ਕਰ ਰਿਹਾ ਸੀ। ਉਹਨੇ ਬਹੁਤ ਇੰਡੀਕੇਸ਼ਨ ਵੀ ਦਿੱਤੀਆਂ ਹੈਗੀਆਂ, ਕਾਫੀ ਵਾਰੀ ਵਿਰੋਧ ਵੀ ਕੀਤਾ ਉਹਨਾਂ ਨੇ ਬਹੁਤ ਵਿਰੋਧ ਕੀਤਾ ਹੈਗਾ। ਇਹ 2014 ਦੀ ਗੱਲ ਹੈ, 2001, 2006 ਇਹ ਸਭ ਜਗ੍ਹਾ ਜਦ ਵੀ ਉਹ ਕਾਨਫਰੰਸਿਸ ਤੇ ਈਵਨ ਪੁਤਿਨ ਸਾਹਿਬ ਨੇ ਕਈ ਵਾਰ ਇਹ ਗੱਲ ਕਹੀ ਕਿ ਜੇ ਉਹਨਾਂ ਨੂੰ ਸਾਡੇ ਤੋਂ ਖਤਰਾ ਨਹੀਂ ਹੈਗਾ ਤਾਂ ਫਿਰ ਕਿਉਂ ਉੱਥੇ ਸਾਰੀਆਂ ਜਿਹੜੀਆਂ ਫੌਜਾਂ ਨੇ ਉਹ ਲੱਗੀਆਂ ਹੋਈਆਂ ਹੈਗੀਆਂ ਨੇ। ਟੈਕਨੀਕਲੀ ਦੇਖੋ
ਕੋਈ ਵੀ ਕੰਟਰੀ ਹੈ ਜੇ ਉਹਦਾ ਦੁਸ਼ਮਣ ਕੰਟਰੀ ਕੋਈ ਵੀ ਉਹਨਾਂ ਦੇ ਨੇਬਰਸ ਕੰਟਰੀ ਵਿੱਚ ਆ ਕੇ ਬੇਸ ਬਣਾਏਗਾ ਤਾਂ ਉਹਨਾਂ ਨੂੰ ਤਾਂ ਉਸ ਚੀਜ਼ ਦਾ ਨੁਕਸਾਨ ਹੋਏਗਾ ਹੀ ਹੋਏਗਾ, ਜਾਂ ਉਹਨਾਂ ਨੂੰ ਉਸ ਚੀਜ਼ ਨੂੰ ਥ੍ਰੈਟਨ ਫੀਲ ਕਰਨਗੇ। ਤਾਂ ਪੁਤਿਨ ਸਾਹਿਬ ਨੂੰ ਕੀ ਇਹ ਕੁਐਸਚਨ ਬਹੁਤ ਵੱਡਾ ਕੁਐਸਚਨ ਹੈ ਸਭ ਦੇ ਸਾਹਮਣੇ, ਇਹਨੂੰ ਧਿਆਨ ਨਾਲ ਦੇਖੋ, ਆਪਾਂ ਜਨਰਲਾਈਜ਼ ਕਰੀਏ ਕਿ ਕੀ ਅਸੀਂ ਉਹਨਾਂ ਨੂੰ ਪ੍ਰਵੋਕ ਕੀਤਾ ਜਾਂ ਨੈਟੋ ਉਹਨਾਂ ਨੂੰ ਪ੍ਰਵੋਕ ਕੀਤਾ, ਜਾਂ ਜੇ ਉਹਨਾਂ ਨੂੰ ਉਸ ਦਾ ਡਰ ਹੀ ਨਹੀਂ ਸੀ ਤਾਂ ਵਾਈ ਕਿ ਉਹਦੇ ਆਲੇ ਦੁਆਲੇ ਸਾਰੇ ਛੋਟੇ ਛੋਟੇ ਕੰਟਰੀਜ਼ ਵਿੱਚ ਉਹਨਾਂ ਦੀਆਂ ਮਿਜ਼ਾਈਲਸ ਨੇ, ਜਿਹੜਾ ਹੋਰ ਜਿਹੜੇ ਵਾਰਸ਼ਿਪਸ ਨੇ, ਜਿਹੜੇ ਵੀ ਉਹਨਾਂ ਦੀਆਂ ਫੌਜਾਂ ਉਹ ਲੱਗੀਆਂ ਹੋਈਆਂ ਨੇ। ਕਦੇ ਨਾ ਕਦੇ ਤਾਂ ਪੁਟਿਨ ਨੂੰ ਜਿਹੜਾ ਸੀ ਉਹ ਟਰਸਟ ਸ਼ੋਅ ਕਰਨਾ ਚਾਹੀਦਾ ਸੀ ਕਿ ਸਾਨੂੰ ਤੁਹਾਡੇ 'ਤੇ ਟਰਸਟ ਹੈ, ਔਰ ਪੁਟਿਨ ਸਾਹਿਬ ਬਹੁਤ ਦੇਰ ਦੀ ਇਸ ਚੀਜ਼ ਨੂੰ ਵੇਟ ਕੀਤੀ ਉਹਨਾਂ ਨੇ, ਉਹਨੂੰ ਕਹਿੰਦੇ ਹੋਏ ਹੁਣ ਜੋ ਲਾਸਟ ਚਾਂਸ ਸੀ ਨੇਟੋ ਨੇ ਯੂਕਰੇਨ ਨੂੰ ਪ੍ਰਵੋਕ ਕੀਤਾ, ਉਹਨਾਂ ਨੂੰ ਪੋਕ ਕਰਦੇ ਰਹੇ, ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਜਦ ਨੇਟੋ ਨੇ ਜਦ ਯੂਕਰੇਨ ਨੇ ਆਪਣੀ ਪਾਰਲੀਮੈਂਟ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਕਿ ਅਸੀਂ ਨੇਟੋ ਦੇ ਮੈਂਬਰ ਬਣ ਜਾ ਰਹੇ ਹਾਂ, ਤਦ ਵੀ ਉਹਨਾਂ ਨੇ ਪੁਤਿਨ ਸਾਹਿਬ ਨੇ ਇਹ ਗੱਲ ਕੀਤੀ, ਉਹਨਾਂ ਨੂੰ ਵਿਰੋਧ ਕੀਤਾ ਉਹਨਾਂ ਨੂੰ। ਸੋ ਆਪਾਂ ਇਹ ਨਹੀਂ ਕਹਿੰਦੇ ਕਿ ਵਾਰ ਕਰਨਾ ਜਾਂ ਇਨਵੇਡ ਕਰਨਾ, ਕਿਸੇ ਨੂੰ ਇੰਨੀਆਂ ਕੈਜੁਅਲਟੀ ਕਰਨਾ ਬਹੁਤ ਵਧੀਆ ਗੱਲ ਹੈਗੀ ਹੈ, ਜਾਂ ਇਹ ਬਹੁਤ ਜ਼ਿਆਦਾ ਇਹਨੂੰ ਕੰਡੈਮ ਕਰਨਾ ਚਾਹੀਦਾ, ਬਹੁਤ ਮਾੜੀ ਗੱਲ ਹੈਗੀ ਹੈ। ਲੇਕਿਨ ਉਹਨਾਂ ਨੂੰ ਇਸ ਸਿਚੁਏਸ਼ਨ 'ਚ ਲਿਆਉਣ ਦਾ, ਇਸ ਸਿਚੁਏਸ਼ਨ 'ਚ ਲਿਆ ਕੇ ਖੜਾ ਕਰਨ ਦਾ ਜਿਹੜਾ ਹੈਗਾ ਉਹ ਵੀ ਦੇਖਣਾ ਚਾਹੀਦਾ ਕਿ ਉਹ ਕਿਉਂ ਇਸ ਸਿਚੁਏਸ਼ਨ ਤੱਕ ਪਹੁੰਚੇ। ਮੇਰੇ ਖਿਆਲ ਵਿੱਚ ਮਤਲਬ ਨਾਟੋ ਦੇਸ਼ਾਂ ਦਾ ਤੇ ਅਮਰੀਕਾ ਦਾ ਕਾਫੀ ਵੱਡਾ ਹੱਥ ਹੈ ਜਿਹੜਾ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਰਸ਼ੀਆ ਤੇ ਯੂਕਰੇਨ ਦੇ। ਬਿਲਕੁਲ ਜੀ, ਉਹਨਾਂ ਨੇ ਸਾਰੀ ਵਰਲਡ ਨੂੰ ਇੱਕ ਵਰਲਡ ਵਾਰ 3 ਦੇ ਮੁਹਾਨੇ ਤੇ ਲੈ ਕੇ ਖੜਾ ਕਰ ਦਿੱਤਾ ਹੈਗਾ। ਸੋ ਕੀ ਅਸੀਂ ਆਪਣੇ ਵੈਸਟ ਜਿਹੜੇ ਇੰਟਰਸਟ ਨੇ ਸਿਰਫ ਆਪਣੇ ਆਰਮਸ ਵੇਚਣ ਖਾਤਰ ਜਾਂ ਆਪਣੇ ਹੋਰ ਜਿਹੜੇ ਇਕਨੋਮਿਕਲ ਫਾਇਦੇ ਲਈ ਕਿ ਅਸੀਂ ਇੱਕ ਦੋ ਕੰਟਰੀਜ਼ ਨੂੰ ਲੜਾ ਦੇਵਾਂਗੇ? ਸੋ ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ। ਹਰ ਇੱਕ ਨੂੰ ਆਪਣੇ ਐਨਲਾਈਜ਼ ਕਰਨਾ ਚਾਹੀਦਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈਗਾ ਉਹਦੇ ਨੀਚੇ ਕੀ ਹੈ। ਸੋ ਜੇ ਯੂਕਰੇਨ ਇੱਕ ਬਹੁਤ ਵੱਡਾ ਕੰਟਰੀ ਹੈ, ਬਹੁਤ ਉਪਜਾਊ ਹੈ ਔਰ ਬਹੁਤ ਪਾਵਰਫੁਲ ਹੋ ਸਕਦਾ ਜੇ ਉਹ ਨੇਟੋ ਦੇ ਨਾਲ ਮੈਂਬਰ ਬਣ ਜਾਂਦਾ ਹੈਗਾ। ਸੋ ਰਸ਼ੀਆ ਕਦੇ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਨੇਟੋ ਦੀਆਂ ਜਿੰਨੀਆਂ ਫੌਜਾਂ ਹੈਗੀਆਂ ਨੇ ਉਹ ਉੱਥੇ ਉਹਨਾਂ ਦਾ ਬੇਸ ਜਿਹੜਾ ਹੈ ਉਹ ਯੂਕਰੇਨ ਦੇ ਵਿੱਚ ਹੋਵੇ। ਜਿਹੜੀਆਂ ਪੁਤਿਨ ਸਾਹਿਬ ਨੇ ਪਿਛਲੇ ਪਰਸੋਂ 4 ਸ਼ਰਤਾਂ ਰੱਖੀਆਂ ਨੇ, ਸਭ ਤੋਂ ਵੱਡੀ ਸ਼ਰਤਾਂ ਉਹਨਾਂ ਦੀ ਇਹੀ ਨੇ। ਹਾਂਜੀ ਬਿਲਕੁਲ, ਕਿ ਨੇਟੋ ਜਿਹੜਾ ਉਹ ਨੇਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਹੈਗਾ, ਜਿਹੜੀਆਂ ਉੱਥੇ ਦੀ ਫੌਜਾਂ ਉੱਥੇ ਨੇਟੋ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ ਨੇ, ਉਹ ਇੱਕ ਇੰਡੀਪੈਂਡੈਂਟ ਕੰਟਰੀ ਔਰ ਜਿਹੜਾ ਪ੍ਰੋ ਉੱਥੇ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਜਿਹੜੀ ਉਹ ਚਾਹੁੰਦੇ ਨੇ ਉਹ ਗਵਰਨਮੈਂਟ ਉਹਦੀ ਸਾਬਿਤ ਹੋਣੀ ਚਾਹੀਦੀ ਹੈਗੀ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆਪਾਂ ਇਹ ਦੇਖ ਰਹੇ ਹਾਂ ਕਿ ਅੱਜ ਵੀ ਇੰਨੀਆਂ ਵਾਰ ਹੋਣ ਤੋਂ ਬਾਅਦ ਵੀ, ਇੰਨੀਆਂ ਕੈਜੁਅਲਟੀਆਂ ਹੋਣ ਤੋਂ ਬਾਅਦ ਵੀ ਸ਼ਾਇਦ ਅਸੀਂ ਹਜੇ ਵੀ ਇਨਸਾਨੀਅਤ ਨੂੰ ਤਾਂ ਦੇਖ ਨਹੀਂ ਰਹੇ ਹਾਂ। ਤੁਸੀਂ ਇਹਨੂੰ ਜੇ ਬ੍ਰੌਡ ਸਪੈਕਟਰਮ ਨਾਲ ਦੇਖੋਗੇ ਨਾ ਸਿਮਰਤ ਜੀ, ਤਾਂ ਮੈਂ 100% ਇੱਕ ਆਮ ਇੱਕ ਕਾਮਨ ਸੈਂਸ ਵਾਲਾ ਆਦਮੀ ਵੀ ਇਸ ਚੀਜ਼ ਨੂੰ ਦੇਖ ਸਕਦਾ ਹੈਗਾ ਕਿ ਇੱਥੇ ਵੀ ਹਜੇ ਲੋਕ ਆਪਣੇ ਇੰਟਰਸਟ ਜਿਹੜੀ ਆਪਣਾ ਕਹੀਏ ਕਿ ਵੈਸਟ ਇੰਟਰਸਟ ਨੂੰ ਲੈ ਕੇ ਚੱਲੇ ਹੋਏ ਨੇ, ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇੱਕ ਆਮ ਜਿਹੜੀ ਇਨਸਾਨੀਅਤ ਤੌਰ ਤੇ ਇਨਸਾਨ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਠੀਕ ਹੈ ਜੀ, ਜੋ ਹੁਣ ਜੋ ਹਾਲਾਤ ਉੱਥੇ ਬਣੇ ਹੋਏ ਨੇ, ਕਿਹਾ ਜਾ ਰਿਹਾ ਵੀ ਤਕਰੀਬਨ 20 ਲੱਖ ਦੇ ਨੇੜੇ ਤੇੜੇ ਜਿਹੜੇ ਲੋਕ ਨੇ ਉਹ ਯੂਕਰੇਨ ਛੱਡ ਚੁੱਕੇ ਨੇ। ਸੋ ਇਹ ਜੇ ਐਡੀ ਵੱਡੀ ਜਿਹੜੀ ਲੋਕ ਆਪਣੇ ਦੇਸ਼ ਤੋਂ ਪਲਾਇਨ ਕਰਕੇ ਜਾ ਰਹੇ, ਕਹਿੰਦੇ ਹਿਸਟਰੀ 'ਚ ਪਹਿਲੀ ਵਾਰੀ ਇੰਨੇ ਜਿਹੜੇ ਲੋਕ ਨੇ ਵੱਖ-ਵੱਖ ਦੇਸ਼ਾਂ ਵਿੱਚ ਗਏ ਨੇ। ਸੋ ਜੇ ਇਹਨੂੰ ਰੋਕਿਆ ਜਾ ਸਕਦਾ ਸੀ ਸਾਰੀ ਚੀਜ਼, ਬਿਲਕੁਲ ਰੋਕਿਆ ਜਾ ਸਕਦਾ ਸੀ। ਔਰ ਇਸ ਚੀਜ਼ ਦਾ ਜਿਹੜਾ ਨੁਕਸਾਨ ਹੈ ਉਹਨੂੰ ਕਈ ਦਹਾਕਿਆਂ ਤੱਕ ਅਸੀਂ ਭਰ ਨਹੀਂ ਪਾਵਾਂਗੇ। ਫॉर ਡਿਕੇਡਸ ਵੀ ਵਿਲ ਬੀ ਸੀਇੰਗ दैट द ਇਫੈਕਟ ਆਫ ਦਿਸ ਵਾਰ। ਬਿਲਕੁਲ। ਔਰ ਇਹਦੇ ਨਾਲ ਕੀ ਵਾਰ ਵੰਡੀ ਗਈ ਹੈ, ਤੁਹਾਡੇ ਮਾਈਂਡ ਸੈਟ ਹੈ ਉਹ ਵੰਡੇ ਗਏ ਨੇ ਸਾਰੀ ਦੁਨੀਆ ਦੇ। ਕੁਝ ਕੰਟਰੀ ਜਿਹੜੇ ਸੋਚ ਰਹੇ, ਜਿਹਨੂੰ ਸਮਝ ਆ ਗਈ ਹੈ ਕਿ ਨਹੀਂ ਸਾਡਾ ਇਹ 'ਚ ਇੰਟਰਸਟ ਨਹੀਂ, ਪਰ ਅਸੀਂ ਉਹਨੂੰ ਵੀ ਪੁਸ਼ ਕਰ ਰਹੇ ਨਹੀਂ ਤੁਸੀਂ ਵੀ ਆਪਣੀ ਸਾਈਡ ਲਓ, ਕੋਈ ਨਾ ਕੋਈ ਸਾਈਡ ਲੈਣੀ ਤੁਹਾਨੂੰ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਆਪਾਂ ਕੋਈ ਵੀ ਦੇਖੋ, ਇੱਕ ਜਿਹੜੇ ਆਪਾਂ ਗੱਲ ਲਈਏ ਰਸ਼ੀਆ ਜਿਹੜੇ ਨਜ਼ਦੀਕ ਦੇ ਕੰਟਰੀ ਨੇ, ਚਾਹੇ ਉਹ ਚਾਈਨਾ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਇੰਡੀਆ, ਤਾਈਵਾਨ ਹੈ, ਈਰਾਨ ਹੈ, ਸੀਰੀਆ, ਫਿਰ ਨਾਲ ਉਹਦੇ ਕਜ਼ਾਕਿਸਤਾਨ, ਇਹ ਸਾਰੇ ਕੰਟਰੀ ਦਾ ਆਪਣਾ ਇੱਕ ਵੈਸਟ ਇੰਟਰਸਟ ਹੈ। ਉਹ ਖਿੱਤਾ ਇੱਕ ਅਲੱਗ ਖਿੱਤਾ ਜਿਹਨੂੰ ਆਪਾਂ ਸਾਊਥ ਏਸ਼ੀਆ ਕਹਿੰਦੇ ਹੈਗੇ ਆ। ਯੂਰਪ ਦਾ ਇੱਕ ਅਲੱਗ ਇੰਟਰਸਟ ਹੈ ਕਿ ਕੀ ਅਸੀਂ ਵੰਡੇ ਜਾਵਾਂਗੇ, ਅੱਜ ਤੋਂ ਬਾਅਦ ਦੁਨੀਆ ਸਾਰੀ ਵੰਡ ਕੇ ਜੀਵਾਂਗੇ। ਸੋ ਇਹ ਚੀਜ਼ ਨੂੰ ਹਰ ਇੱਕ ਜਿਹੜੇ ਮੈਂ ਇੱਕ ਆਮ ਇਨਸਾਨ ਦੀ ਗੱਲ ਨਹੀਂ ਕਰ ਰਿਹਾ, ਆਮ ਜਨਤਾ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਪੋਲੀਟੀਸ਼ੀਅਨਸ ਨੂੰ ਇਹ ਗੱਲ ਕੁਐਸਚਨ ਪੁੱਛਣਾ ਚਾਹੁੰਦਾ ਹੈਗਾ। ਇੱਕ ਆਮ ਜਨਤਾ ਕੁਐਸਚਨ ਪੁੱਛ ਸਕਦੀ ਹੈਗੀ ਕਿ ਕੀ ਸਿਰਫ ਅਸੀਂ ਆਪਣੇ ਹਜੇ ਵੀ ਇਨਸਾਨੀਅਤ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈਗੇ ਕਿ ਅਸੀਂ ਆਪਣੀ ਵਾਰ ਜਿਹੜੀ ਵਰਲਡ ਹੈ ਉਹਨੂੰ ਇੱਧਰਲੇ ਪਾਸੇ ਹੀ ਲਿਜਾਣੇ ਬਹੁਤ ਜ਼ਿਆਦਾ, ਇਹ ਤਾਂ ਬਹੁਤ ਬਾਇਸਡ ਗੱਲ ਹੋ ਗਈ ਨਾ ਸਿਮਰਤ ਜੀ। ਬਿਲਕੁਲ। ਕਿ ਆਪਾਂ ਨੂੰ ਸਿਰਫ ਵਾਰ ਕਰਕੇ ਹੀ ਇਸ ਚੀਜ਼ ਨੂੰ ਮਿਲ ਰਿਹਾ ਕਿ ਰਸ਼ੀਆ ਕਿ US ਕੋਲ ਵਾਰ ਹੈਡਸ ਨਹੀਂ ਹੈਗੇ ਨੇ, ਨਿਊਕਲੀਅਰ ਵਾਰ ਹੈਡਸ। ਬਿਲਕੁਲ ਹੈਗੇ ਜੀ। ਤਾਂ ਜੇ ਕੱਲ ਨੂੰ ਇਹਨਾਂ ਨੂੰ ਡਰ ਹੈ ਤਾਂ ਕਿ ਉਹਨਾਂ ਨੂੰ ਵੀ ਡਰ ਨਹੀਂ ਹੋ ਸਕਦਾ ਹੈਗਾ। ਸੋ ਸਾਡੇ ਕੋਲ ਇਨਫ ਆਫ ਐਮੂਨੀਸ਼ਨ ਹੈ ਕਿ ਅਸੀਂ ਆਪਣੀ ਸਾਰੀ ਦੁਨੀਆ ਨੂੰ ਖਤਮ ਕਰ ਦਈਏ, ਲੇਕਿਨ ਸਾਡੇ ਕੋਲ ਇਨਫ ਆਫ ਹਿਊਮੈਨਿਟੀ ਹੋਣੀ ਚਾਹੀਦੀ ਹੈ।
ਇਨਫ ਆਫ ਤੁਹਾਡੇ ਕੋਲ ਇਨਸਾਨੀਅਤ ਹੋਣੀ ਚਾਹੀਦੀ ਹੈ ਕਿ ਦੁਨੀਆ ਨੂੰ ਬਚਾ ਕੇ ਸਹੀ ਕਿੱਦਾਂ ਬਣਾਈਏ ਉਸ ਚੀਜ਼ ਨਾਲੇ ਹਰਕੀਰਤ ਜੀ ਅੱਜ ਦੇ ਲੋਕਾਂ ਨੂੰ ਜਾਂ ਜਿਹੜੇ ਅੱਜ ਦੇ ਸਿਆਸਤਦਾਨ ਨੇ ਜੋ ਇਸ ਪੂਰੀ ਦੁਨੀਆ ਤੇ ਨੂੰ ਕੰਟਰੋਲ ਕਰ ਰਹੇ ਨੇ, ਜਿਹੜੀਆਂ 2 ਸੰਸਾਰ ਜੰਗਾਂ ਹੋਈਆਂ ਨੇ ਉਹਨਾਂ ਤੋਂ ਸਿੱਖਣਾ ਚਾਹੀਦਾ। ਮਿਲੀਅਨਸ ਆਫ ਲੋਕ ਉਦੋਂ ਦੋਨਾਂ ਸੰਸਾਰ ਜੰਗਾਂ ਦੇ ਵਿੱਚ ਮਰੇ, ਹੁਣ ਦੇਖੋ 20 ਲੱਖ ਲੋਕ ਅਜੇ ਵੀ ਹੁਣ ਬੇਘਰ ਹੋ ਗਏ ਨੇ, ਤਾਂ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਲਗਾਤਾਰ। ਸੋ ਯੂਕਰੇਨ ਦਾ ਕੀ ਹਾਲਾਤ ਹੋ ਗਏ ਨੇ, ਜਿਵੇਂ ਕਿ ਤੁਸੀਂ ਵੀ ਗੱਲ ਕੀਤੀ ਆ ਵੀ ਕਈ ਦਹਾਕੇ ਲੱਗ ਜਾਣੇ ਨੇ ਇਹਨੂੰ ਮੁੜੋ ਸਾਰੀ ਨੂੰ ਯੂਕਰੇਨ ਦੀ ਨੂੰ। ਦੇਖੋ ਜੀ, ਚਲੋ ਇਹ ਤਾਂ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਤਾਂ ਬਹੁਤ ਟਾਈਮ ਹੋ ਗਿਆ। ਹੁਣ ਈਰਾਨ, ਇਰਾਕ, ਸੀਰੀਆ, ਅਫਗਾਨਿਸਤਾਨ, ਇਹਨਾਂ ਸਾਰਿਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖਿਆ ਹੈਗਾ। ਹਾਂਜੀ, ਅਸੀਂ ਇਨ ਦਾ ਸੈਂਸ ਜੇ ਸਾਡੇ ਲੀਡਰ ਨੇ ਉਹਨਾਂ ਨੇ ਕੁਝ ਨਹੀਂ ਸਿੱਖਿਆ ਹੈਗਾ। ਉਹ ਹਜੇ ਵੀ ਬਹੁਤ ਛੋਟੇ ਇੱਕ ਜਿਹੜਾ ਸਤਰ ਹੈ ਉਹਨਾਂ ਦਾ ਸੋਚਣ ਦਾ ਬਹੁਤ ਹੀ ਹਜੇ ਮਟੀਰੀਅਲਿਸਟਿਕ ਹਜੇ ਵੀ ਹੈਗਾ। ਤਾਂ ਮੈਂ ਇਸ ਕਈ ਵਾਰ ਸੋਚ ਕੇ ਬਹੁਤ ਪਰੇਸ਼ਾਨ ਹੋ ਜਾਂਦਾ ਹੈਗਾ। ਲੇਕਿਨ ਮੈਨੂੰ ਹੈਰਾਨ ਹੈ ਕਿ ਐਡਾ ਵੱਡਾ ਬੋਝ ਲੈ ਕੇ ਜਿਹੜੇ ਇਹ ਪੋਲੀਟੀਸ਼ੀਅਨ ਉਹ ਕਿੱਦਾਂ ਰਾਤ ਨੂੰ ਸੌਂਦੇ ਕਿਵੇਂ ਨੇ ਉਸ ਚੀਜ਼ ਦਾ। ਸਿਮਰਤ ਜੀ, ਮੇਰੇ ਖਿਆਲ ਕੋਈ ਨਾ ਕੋਈ ਗੋਲੀ ਖਾ ਕੇ ਸੌਂਦੇ ਹੋਣੇ ਜੀ। ਬਿਲਕੁਲ ਜੀ, ਮੈਨੂੰ ਤਾਂ ਇਹੀ ਲੱਗਦਾ ਕਿ ਜੇ ਉਹਨਾਂ ਤੋਂ ਸਾਨੂੰ ਅਸੀਂ ਕਿਸੇ ਬੰਦੇ ਨੂੰ ਦੁੱਖ ਪਹੁੰਚਾਉਂਦੇ ਹੈਗੇ ਆ, ਇੱਕ ਬੰਦੇ ਦੀ ਜਾਨ ਲੈ ਲੈਂਦੇ ਆ, ਤੁਹਾਨੂੰ ਸਾਰੀ ਜ਼ਿੰਦਗੀ ਉਸ ਚੀਜ਼ ਦਾ ਸਾਡੇ ਇਫੈਕਟ ਰਹਿੰਦਾ ਕਾਫੀ ਲੰਬਾ ਸਮਾਂ ਤੁਹਾਡੇ ਦਿਮਾਗ ਤੇ। ਜੇ ਤੁਹਾਡੀ ਕ੍ਰੈਡਿਟ ਤੁਹਾਡਾ ਇਹ ਹੈ ਕਿ ਤੁਸੀਂ 10 ਲੱਖ ਬੰਦੇ ਦੀ ਜਾਨ ਲਈ ਹੈ, 5 ਲੱਖ ਬੰਦੇ ਦੀ ਜਾਨ ਲਈ ਹੈ, ਤਾਂ ਉਹ ਤੁਹਾਡੀ ਅੰਤਰਾਤਮਾ ਤੁਹਾਨੂੰ ਕਿੰਨਾ ਚਿਰ ਤੱਕ ਜੀਣ ਦੇਗੀ ਉਸ ਚੀਜ਼ ਦਾ। ਬਿਲਕੁਲ। ਸੋ ਇਹ ਸਾਰੀ ਵਾਰ ਹੋਣਾ ਜਾਂ ਨਹੀਂ ਹੋਣਾ ਇੱਕ ਲਹਿਦਾ ਗੱਲ ਹੈ। ਲੇਕਿਨ ਕੀ ਅਸੀਂ ਆਪਾਂ ਨੂੰ ਪੜ੍ਹੇ ਲਿਖੇ ਸਿਵਲਾਈਜ਼ਡ ਕਹਿਣ ਦੇ ਬਾਅਦ ਸਾਨੂੰ ਇਹ ਵਾਰ ਜ਼ਰੂਰੀ ਕਿਵੇਂ ਹੋਈ, ਇਹ ਸਾਨੂੰ ਕੁਐਸਚਨ ਮਾਰਕ ਮੈਂ ਸਭ ਦੇ ਸਾਹਮਣੇ ਪਾਉਣਾ ਚਾਹੁੰਦਾ ਸਿਮਰਤ ਜੀ। ਬਿਲਕੁਲ। ਹਰਕੀਰਤ ਜੀ, ਅੱਜ ਦੀ ਚਰਚਾ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਜਿਵੇਂ ਕਿ ਹਰਕੀਰਤ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਸਿਆਸਤਦਾਨ ਚਾਹੁਣ ਤਾਂ ਰੋਕ ਸਕਦੇ ਨੇ। ਜੋ ਯੂਕਰੇਨ ਦੇ ਹਾਲਾਤ ਨੇ, ਜੋ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ, ਇਸ ਨੂੰ ਵੀ ਰੋਕਿਆ ਜਾ ਸਕਦਾ ਸੀ, ਪਰ ਤਰਾਸਦੀ ਇਹ ਹੈ ਕਿ ਰੁਕੀ ਨਹੀਂ ਗਈ। ਹੁਣ ਲਗਾਤਾਰ ਜਿਹੜੀ ਜੰਗ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਕੀ ਹਾਲਾਤ ਬਣਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਸਟਾਰ ਟਾਕ ਦਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।